ਸਟੱਡੀਜ਼ ਚੈਨਲ ਦੇ ਮੀਡੀਅਮ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਵਿਊਅਰਸ ਦਾ ਬਹੁਤ-ਬਹੁਤ ਸਵਾਗਤ ਹੈ ਇਸ ਚੈਨਲ ਤੇ। ਇਸ ਵੀਡੀਓ ਵਿੱਚ ਲੈਣ ਜਾ ਰਹੇ ਹਾਂ ਲੈਟਰ A ਤੋਂ ਸਟਾਰਟ ਹੋਣ ਵਾਲੇ ਲੀਗਲ ਟਰਮਸ ਤੇ ਸਿੱਖਾਂਗੇ ਉਹਨਾਂ ਦਾ ਇੰਗਲਿਸ਼ ਤੋਂ ਪੰਜਾਬੀ ਵਿੱਚ ਮੀਨਿੰਗ। ਦੇਖਾਂਗੇ ਕਿ ਪੰਜਾਬੀ ਵਿੱਚ ਇਹਨਾਂ ਟਰਮਸ ਨੂੰ ਕਿਵੇਂ ਲਿਖਿਆ ਜਾਂਦਾ ਹੈ, ਕਿਵੇਂ ਪ੍ਰੋਨਾਉਂਸ ਯਾਨੀ ਸਹੀ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਤੇ ਨਾਲ ਹੀ ਸੈਂਟੈਂਸ 'ਚ ਕਰਾਂਗੇ ਇਹਨਾਂ ਹੀ ਟਰਮਸ ਨੂੰ ਫਿਟ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਕਿਵੇਂ ਯੂਜ਼ ਕਰਨਾ ਹੈ ਇਹਨਾਂ ਨੂੰ ਇੱਕ ਸੈਂਟੈਂਸ ਫਰੇਮ ਕਰਦੇ ਹੋਏ, ਜੋ ਕਿ ਬਹੁਤ ਮਦਦ ਕਰੇਗਾ ਸਾਡੀ ਟਰਾਂਸਲੇਸ਼ਨ ਪਾਰਟ ਨੂੰ ਕਰਨ ਵਿੱਚ। ਚਲੋ ਆਓ ਫਿਰ ਪੂਰੇ ਜੋਸ਼ ਨਾਲ ਸ਼ੁਰੂ ਕਰੀਏ ਅੱਜ ਦੀ ਇਸ ਵੀਡੀਓ ਨੂੰ। ਸ਼ੁਰੂ ਕਰਦੇ ਹਾਂ ਪਹਿਲੇ ਵਰਡ ਨਾਲ ਜੋ ਕਿ ਹੈ ਅਟੈਚਮੈਂਟ। ਅਟੈਚਮੈਂਟ ਇੱਕ ਇਹੋ ਜਿਹਾ ਲੀਗਲ ਪ੍ਰੋਸੈਸ ਹੁੰਦਾ ਜਦੋਂ ਜਿਵੇਂ ਕਿਸੇ ਨੇ ਡੈਟ ਲਿਆ ਹੁੰਦਾ ਹੈ ਔਰ ਉਸ ਡੈਟ ਨੂੰ ਉਹ ਪੇ ਨਹੀਂ ਕਰ ਪਾਉਂਦਾ ਤਾਂ ਉਸ ਕੇਸ ਵਿੱਚ ਉਹਦੀ ਜਿਹੜੀ ਪ੍ਰੋਪਰਟੀ ਹੈ ਜਾਂ ਉਹਦੀ ਜਿਹੜੀ ਅਸੈਟਸ ਹੈ, ਸੰਪਤੀ ਹੈ, ਉਸ ਨੂੰ ਸੀਜ਼ ਕਰ ਲਿਆ ਜਾਂਦਾ ਹੈ ਤਾਂ ਉਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਅਟੈਚਮੈਂਟ। ਅਟੈਚਮੈਂਟ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਬਜ਼ਾ, ਕਬਜ਼ਾ ਕਰਨਾ। ਦ ਕੋਰਟ ਆਰਡਰਡ ਦ ਅਟੈਚਮੈਂਟ ਆਫ ਹਿਸ ਪ੍ਰੋਪਰਟੀ। ਕੋਰਟ ਯਾਨੀ ਕਿ ਅਦਾਲਤ, ਅਦਾਲਤ ਨੇ ਕਿਸ ਚੀਜ਼ ਦਾ ਆਰਡਰ ਕੀਤਾ ਕਿ ਉਸਦੀ ਪ੍ਰੋਪਰਟੀ ਨੂੰ ਅਟੈਚ ਕਰ ਲਿਆ ਜਾਏ। ਅਟੈਚਮੈਂਟ ਯਾਨੀ ਕਬਜ਼ਾ ਕਰ ਲਿਆ ਜਾਏ। ਕੋਰਟ ਨੇ ਉਸਦੀ ਸੰਪਤੀ, ਪ੍ਰੋਪਰਟੀ ਨੂੰ ਕਿਹਾ ਜਾਂਦਾ ਹੈ ਸੰਪਤੀ, ਦੇ ਕਬਜ਼ੇ ਦਾ ਹੁਕਮ ਦਿੱਤਾ। ਅਦਾਲਤ ਨੇ ਉਸਦੀ ਸੰਪਤੀ ਦੇ ਕਬਜ਼ੇ ਦਾ ਹੁਕਮ ਦਿੱਤਾ। ਸੈਕਿੰਡ ਵਰਡ ਹੈ ਆਡਿਟ। ਆਡਿਟ ਹੁੰਦਾ ਹੈ ਫਾਈਨੈਂਸ਼ੀਅਲ ਰਿਕਾਰਡਸ ਨੂੰ ਐਗਜ਼ਾਮਿਨ ਕਰਨਾ, ਚੈੱਕ ਕਰਨ ਲਈ ਕਿ ਕੀ ਉਹ ਐਕੂਰੇਟ ਹਨ, ਮਤਲਬ ਉਹਦੀ ਐਕੂਰੇਸੀ ਨੂੰ ਚੈੱਕ ਕਰਨਾ ਤੇ ਚੈੱਕ ਕਰਨਾ ਕਿ ਉਹ ਲਾਜ਼ ਨੂੰ ਕੰਪਲਾਈ ਕਰਦੇ ਨੇ ਜਾਂ ਨਹੀਂ ਕਰਦੇ ਨੇ, ਉਹਨੂੰ ਕਿਹਾ ਜਾਂਦਾ ਹੈ ਆਡਿਟ। ਆਡਿਟ ਨੂੰ ਪੰਜਾਬੀ ਵਿੱਚ ਆਡਿਟ ਹੀ ਲਿਖਿਆ ਜਾਂਦਾ ਹੈ। ਆਡਿਟ ਵੈਸੇ ਜਾਂਚ ਪੜਤਾਲ ਵੀ ਕਹਿ ਸਕਦੇ ਹਾਂ ਬਟ ਆਡਿਟ ਵੀ ਲਿਖ ਸਕਦੇ ਹਾਂ। ਸੈਂਟੈਂਸ ਹੈ ਦ ਕੰਪਨੀ ਅੰਡਰਵੈਂਟ ਅ ਫਾਈਨੈਂਸ਼ੀਅਲ ਆਡਿਟ। ਕੰਪਨੀ ਦਾ ਆਰਥਿਕ, ਫਾਈਨੈਂਸ਼ੀਅਲ ਹੋ ਗਿਆ ਆਰਥਿਕ, ਆਡਿਟ ਹੋਇਆ, ਅੰਡਰਵੈਂਟ ਮਤਲਬ ਹੋਇਆ, ਕੰਪਨੀ ਦਾ ਆਰਥਿਕ ਆਡਿਟ ਹੋਇਆ। ਆਡਿਟ ਨੂੰ ਪੰਜਾਬੀ ਵਿੱਚ ਕੀ ਕਿਹਾ ਆਪਾਂ? ਆਡਿਟ। ਅਗਲਾ ਵਰਡ ਹੈ ਔਥੈਂਟੀਕੇਟ। ਔਥੈਂਟੀਕੇਟ ਹੁੰਦਾ ਹੈ ਚੈੱਕ ਕਰਨਾ, ਕਨਫਰਮ ਕਰਨਾ ਕਿ ਕੋਈ ਚੀਜ਼ ਜੈਨੂਇਨ ਹੈ, ਰੀਅਲ ਹੈ ਜਾਂ ਨਹੀਂ, ਮਤਲਬ ਕਨਫਰਮ ਕਰਨਾ ਕਿ ਹਾਂ ਇਹ ਚੀਜ਼ ਜੈਨੂਇਨ ਹੈ, ਉਹਨੂੰ ਕਿਹਾ ਜਾਂਦਾ ਔਥੈਂਟੀਕੇਟ ਕਰਨਾ, ਜਿਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਪ੍ਰਮਾਣਿਤ ਕਰਨਾ, ਪ੍ਰਮਾਣਿਤ ਕਰਨਾ। They needed to authenticate the signatures on the document. ਉਹਨਾਂ ਨੂੰ ਦਸਤਾਵੇਜ਼, ਡਾਕੂਮੈਂਟ ਹੋ ਗਏ ਦਸਤਾਵੇਜ਼, ਦਸਤਾਵੇਜ਼ ਤੇ ਦਸਤਖਤ, ਸਿਗਨੇਚਰਸ ਹੋ ਗਏ ਦਸਤਖਤ, ਪ੍ਰਮਾਣਿਤ ਕਰਨ ਦੀ ਲੋੜ ਸੀ। ਔਥੈਂਟੀਕੇਟ ਹੋ ਗਿਆ ਪ੍ਰਮਾਣਿਤ। ਨੈਕਸਟ ਵਰਡ ਹੈ ਐਕਸੈਸਰੀ। ਐਕਸੈਸਰੀ ਉਹ ਪਰਸਨ ਹੁੰਦਾ ਹੈ ਜਿਹੜਾ ਮੇਨ ਪਰਸਨ ਜਿਹਨੇ ਕ੍ਰਾਈਮ ਕਮਿਟ ਕੀਤਾ ਹੈ, ਉਸ ਕ੍ਰਾਈਮ ਨੂੰ ਕਮਿਟ ਕਰਨ ਵਿੱਚ ਉਸਦੀ ਮਦਦ ਕਰਦਾ ਹੈ, ਉਹਨੂੰ ਐਕਸੈਸਰੀ ਕਿਹਾ ਜਾਂਦਾ ਹੈ। ਮਤਲਬ ਮੇਨ ਕ੍ਰਾਈਮ ਕਰਨ ਵਾਲੇ ਪਰਸਨ ਨੂੰ ਹੈਲਪ ਕਰਨ ਵਾਲਾ ਪਰਸਨ, ਉਹਨੂੰ ਐਕਸੈਸਰੀ ਕਿਹਾ ਜਾਂਦਾ ਹੈ। ਪਰਸਨ ਹੂ ਹੈਲਪ ਸਮਵਨ ਕਮਿਟ ਅ ਕ੍ਰਾਈਮ ਬਟ ਉਹ ਮੇਨ ਪਰਸਨ ਰਿਸਪੌਂਸੀਬਲ ਨਹੀਂ ਹੈ। ਐਕਸੈਸਰੀ ਨੂੰ ਪੰਜਾਬੀ ਵਿੱਚ ਕਿਹਾ ਜਾਏਗਾ ਸਹਾਇਕ। ਹੀ ਵਾਜ਼ ਚਾਰਜਡ ਐਜ਼ ਐਨ ਐਕਸੈਸਰੀ ਟੂ ਦ ਰੋਬਰੀ। ਉਸ ਨੂੰ ਡਾਕੇ ਦੇ ਸਹਾਇਕ ਵਜੋਂ ਦੋਸ਼ੀ ਠਹਿਰਾਇਆ ਗਿਆ। ਰੋਬਰੀ ਹੋ ਗਿਆ ਡਾਕਾ, ਐਕਸੈਸਰੀ ਸਹਾਇਕ, ਵਜੋਂ ਦੋਸ਼ੀ ਠਹਿਰਾਇਆ ਗਿਆ ਚਾਰਜਡ, ਤਾਂ ਐਕਸੈਸਰੀ ਦਾ ਮੀਨਿੰਗ ਹੋਇਆ ਸਹਾਇਕ। ਨੈਕਸਟ ਵਰਡ ਹੈ ਐਡਮਿਨਿਸਟ੍ਰੇਟਰ। ਐਡਮਿਨਿਸਟ੍ਰੇਟਰ ਬੇਸਿਕਲੀ ਉਹ ਪਰਸਨ ਹੁੰਦਾ ਜਿਹਨੂੰ ਅਪੋਇੰਟ ਕੀਤਾ ਜਾਂਦਾ ਇੱਕ ਪਰਸਨ ਦੇ ਦੁਆਰਾ ਕਿ ਜਿਵੇਂ ਕੋਈ ਪਰਸਨ ਅਗਰ ਕਿਸੇ ਦੀ ਡੈਥ ਹੋ ਗਈ ਹੈ ਜਾਂ ਫਿਰ ਕੋਈ ਪਰਸਨ ਆਪਣਾ ਕੰਮ ਖੁਦ ਨਹੀਂ ਕਰ ਪਾ ਰਿਹਾ, ਆਪਣੇ ਅਫੇਅਰਸ ਨੂੰ ਖੁਦ ਮੈਨੇਜ ਨਹੀਂ ਕਰ ਪਾ ਰਿਹਾ, ਤਾਂ ਇੱਕ ਪਰਸਨ ਨੂੰ ਅਪੋਇੰਟ ਕਰ ਦਿੰਦੇ ਆ। ਅਪੋਇੰਟਡ ਪਰਸਨ ਨੂੰ ਐਡਮਿਨਿਸਟ੍ਰੇਟਰ ਕਿਹਾ ਜਾਂਦਾ ਹੈ, ਜਿਹੜਾ ਕਿ ਉਹਦੇ ਅਫੇਅਰਸ ਨੂੰ ਦੇਖਦਾ ਹੈ, ਐਡਮਿਨਿਸਟਰ ਕਰਦਾ ਹੈ। ਐਡਮਿਨਿਸਟ੍ਰੇਟਰ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਪ੍ਰਬੰਧਕ, ਪ੍ਰਬੰਧ ਕਰਨ ਵਾਲਾ, ਪ੍ਰਬੰਧਕ। ਦ ਐਡਮਿਨਿਸਟ੍ਰੇਟਰ ਇਨਸ਼ੋਰਡ ਦੈਟ ਦ ਆਫਿਸ ਰੈਨ ਸਮੂਥਲੀ। ਐਡਮਿਨਿਸਟ੍ਰੇਟਰ ਪ੍ਰਬੰਧਕ, ਪ੍ਰਬੰਧਕ ਨੇ ਯਕੀਨੀ ਬਣਾਇਆ, ਇਨਸ਼ੋਰ ਕੀਤਾ, ਯਕੀਨੀ ਬਣਾਇਆ ਕਿ ਦਫ਼ਤਰ ਸਹੀ ਤਰ੍ਹਾਂ ਚੱਲੇ। ਆਫਿਸ ਦਫ਼ਤਰ, ਰੈਨ ਸਮੂਥਲੀ ਸਹੀ ਤਰ੍ਹਾਂ ਚੱਲੇ, ਤਾਂ ਐਡਮਿਨਿਸਟ੍ਰੇਟਰ ਹੋ ਗਿਆ ਪ੍ਰਬੰਧਕ। ਨੈਕਸਟ ਵਰਡ ਹੈ ਐਡਵਰਸਰੀ। ਐਡਵਰਸਰੀ, ਐਡਵਰਸਰੀ ਬੇਸਿਕਲੀ ਹੁੰਦਾ ਹੈ ਕੋਈ ਲੀਗਲ ਕੇਸ ਦੇ ਵਿੱਚ ਜਿਹਨੂੰ ਆਪਾਂ ਓਪੋਨੈਂਟ ਕਹਿੰਦੇ ਹਾਂ, ਓਪੋਨੈਂਟ ਕਹਿੰਦੇ ਹਾਂ ਜਾਂ ਐਨੀਮੀ ਇਨ ਅ ਕਨਫਲਿਕਟ ਕਹਿ ਦਿੰਦੇ ਹਾਂ, ਤੇ ਪੰਜਾਬੀ ਵਿੱਚ ਕਿਹਾ ਜਾਂਦਾ ਵਿਰੋਧੀ ਧਿਰ, ਵਿਰੋਧੀ ਧਿਰ, ਓਪੋਨੈਂਟ। ਵਿਰੋਧੀ ਵੀ ਕਹਿ ਸਕਦੇ, ਵਿਰੋਧੀ ਧਿਰ ਵੀ ਕਹਿ ਸਕਦੇ ਹਾਂ। ਦ ਐਡਵਰਸਰੀ ਇਨ ਦ ਕੇਸ ਪ੍ਰੈਜ਼ੈਂਟਡ ਸਟਰੋਂਗ ਐਵੀਡੈਂਸ। ਕੇਸ ਵਿੱਚ ਵਿਰੋਧੀ ਧਿਰ ਨੇ ਜਾਂ ਵਿਰੋਧੀ ਨੇ ਮਜ਼ਬੂਤ ਸਬੂਤ ਪੇਸ਼ ਕੀਤੇ। ਸਟਰੋਂਗ ਮਜ਼ਬੂਤ, ਐਵੀਡੈਂਸ ਸਬੂਤ, ਐਡਵਰਸਰੀ ਵਿਰੋਧੀ। ਤੇ ਇੱਕ ਸੈਂਟੈਂਸ ਦੇ ਵਿੱਚੋਂ ਦੇਖੋ ਅਸੀਂ 3 ਵਰਡਸ ਲੱਭ ਲਏ, ਐਡਵਰਸਰੀ ਵਿਰੋਧੀ,
ਸਟਰੋਂਗ ਮਜ਼ਬੂਤ, ਐਵੀਡੈਂਸ ਸਬੂਤ। ਇੱਕ ਸੈਂਟੈਂਸ ਦੇ ਵਿੱਚ ਹੀ ਆਪਾਂ ਨੂੰ ਕਿੰਨੇ ਵਰਡਸ ਮਿਲ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਟਰਾਂਸਲੇਟ ਕਰਨਾ ਸਿੱਖ ਜਾਂਦੇ ਆ ਪੰਜਾਬੀ ਦੇ ਵਿੱਚ। ਨੈਕਸਟ ਵਰਡ ਹੈ ਐਨਲਮੈਂਟ। ਐਨਲਮੈਂਟ ਇੱਕ ਇਹੋ ਜਿਹਾ ਲੀਗਲ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਇਹ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਇਹ ਚੀਜ਼ ਕਦੀ ਐਗਜ਼ਿਸਟ ਹੀ ਨਹੀਂ ਕਰਦੀ ਸੀ, ਐਨਲ ਹੈ, ਐਗਜ਼ਿਸਟ ਹੀ ਨਹੀਂ ਕਰਦੀ ਸੀ। ਪੰਜਾਬੀ ਵਿੱਚ ਕਿਹਾ ਜਾਂਦਾ ਹੈ ਰੱਦ ਕਰਨਾ, ਰੱਦ ਕਰ ਦੇਣਾ। ਦੇ ਸੌਟ ਐਨ ਅਨਲਮੈਂਟ ਆਫ ਦੇਅਰ ਮੈਰਿਜ, ਉਹਨਾਂ ਨੇ ਆਪਣੇ ਵਿਆਹ ਨੂੰ ਰੱਦ ਕਰਨ ਦੀ ਮੰਗ ਕੀਤੀ। ਸੌਟ ਮਤਲਬ ਮੰਗ ਕਰਨਾ, ਐਨਲਮੈਂਟ ਮਤਲਬ ਰੱਦ ਕਰਨਾ, ਆਫ ਦੇਅਰ ਮੈਰਿਜ ਮਤਲਬ ਉਹਨਾਂ ਨੇ ਆਪਣੇ ਵਿਆਹ ਨੂੰ ਰੱਦ ਕਰਨ ਦੀ ਮੰਗ ਕੀਤੀ। ਐਨਲਮੈਂਟ ਰੱਦ ਕਰਨਾ। ਨੈਕਸਟ ਵਰਡ ਹੈ ਅਪਰੇਜ਼ਲ। ਅਪਰੇਜ਼ਲ ਹੁੰਦਾ ਹੈ ਕਿਸੇ ਪ੍ਰੋਪਰਟੀ ਜਾਂ ਕਿਸੇ ਅਸੈਟ ਦੀ ਵੈਲਿਊ ਨੂੰ ਅਸੈਸ ਕਰਨ ਦਾ ਜਿਹੜਾ ਪ੍ਰੋਸੈਸ ਹੁੰਦਾ ਹੈ ਨਾ, ਉਹਨੂੰ ਅਪਰੇਜ਼ਲ ਕਿਹਾ ਜਾਂਦਾ ਹੈ। ਯਾਨੀ ਕਿਸੇ ਪ੍ਰੋਪਰਟੀ ਜਾਂ ਕਿਸੇ ਐਸੈਟ ਦੀ ਵੈਲੂਏਸ਼ਨ ਕਰਨਾ, ਅਪਰੇਜ਼ ਕਰਨਾ, ਮੁਲਾਂਕਣ ਕਰਨਾ, ਉਹਦਾ ਮੁੱਲ ਕੱਢਣਾ, ਮੁਲਾਂਕਣ। ਅਪਰੇਜ਼ਲ, ਮੁਲਾਂਕਣ। ਦ ਪ੍ਰੋਪਰਟੀ ਅਪਰੇਜ਼ਲ ਵਾਜ਼ ਕੰਡਕਟਡ ਲਾਸਟ ਵੀਕ। ਪ੍ਰੋਪਰਟੀ ਹੋ ਗਈ ਜਾਇਦਾਦ, ਸੰਪत्ति ਵੀ ਕਹਿ ਸਕਦੇ ਹਾਂ। ਸੰਪत्ति ਦਾ ਜਾਂ ਜਾਇਦਾਦ ਦਾ ਮੁਲਾਂਕਣ, ਅਪਰੇਜ਼ਲ, ਪਿਛਲੇ ਹਫਤੇ ਲਾਸਟ ਵੀਕ ਕੀਤਾ ਗਿਆ। ਅਗਲਾ ਵਰਡ ਹੈ ਅਸੈਸਰ। ਅਸੈਸਰ ਉਹ ਪਰਸਨ ਹੁੰਦਾ ਹੈ ਜਿਹੜਾ ਇਵੈਲੂਏਸ਼ਨ ਕਰਦਾ ਹੈ ਜਾਂ ਅਸੈਸ ਕਰਦਾ ਕਿਸੇ ਪ੍ਰੋਪਰਟੀ ਨੂੰ, ਜਾਂ ਫਿਰ ਇੰਸ਼ੋਰੈਂਸ ਕਲੇਮਸ ਨੂੰ ਅਸੈਸ ਕਰਨ ਵਾਲਾ ਪਰਸਨ, ਉਹਨੂੰ ਅਸੈਸਰ ਕਿਹਾ ਜਾਂਦਾ ਹੈ। ਯਾਨੀ ਮੁੱਲ ਪਾਉਣ ਵਾਲਾ ਪਰਸਨ, ਮੁੱਲ ਕਰਨ ਵਾਲਾ ਪਰਸਨ। ਤਾਂ ਮੁਲਾਂਕਣ ਕਰਤਾ, ਮੁਲਾਂਕਣ ਕਰਤਾ। The assessor visited to evaluate the house. ਮੁਲਾਂਕਣਕਰਤਾ ਨੇ ਘਰ ਦਾ ਮੁਲਾਂਕਣ ਕਰਨ ਲਈ ਦੌਰਾ ਕੀਤਾ, ਵਿਜ਼ਿਟ ਕੀਤਾ। ਨੈਕਸਟ ਵਰਡ ਹੈ ਅਟਾਰਨੀ ਇਨ ਫੈਕਟ। ਅਟਾਰਨੀ ਇਨ ਫੈਕਟ। ਅਟਾਰਨੀ ਇਨ ਫੈਕਟ ਕਿਹੜਾ ਪਰਸਨ ਹੁੰਦਾ ਹੈ? ਜਦੋਂ ਇੱਕ ਪਰਸਨ ਆਪਣੇ ਲੀਗਲ ਜਾਂ ਫਾਈਨੈਂਸ਼ੀਅਲ ਮੈਟਰਸ ਨੂੰ ਹੈਂਡਲ ਕਰਨ ਲਈ ਕਿਸੇ ਦੂਸਰੇ ਪਰਸਨ ਨੂੰ ਅਥਾਰਟੀ ਦੇ ਦਿੰਦਾ ਹੈ, ਤਾਂ ਉਸ ਦੂਸਰੇ ਪਰਸਨ ਨੂੰ ਕਿਹਾ ਜਾਂਦਾ ਹੈ ਅਟਾਰਨੀ ਇਨ ਫੈਕਟ। ਪੰਜਾਬੀ ਵਿੱਚ ਕਹਿ ਦਿੰਦੇ ਆ ਪ੍ਰਤੀਨਿਧ ਵਕੀਲ, ਪ੍ਰਤੀਨਿਧ ਵਕੀਲ। ਹੀ ਐਕਟਡ ਐਜ਼ ਹਰ ਅਟਾਰਨੀ ਇਨ ਫੈਕਟ ਫॉर द ਟ੍ਰਾਂਜੈਕਸ਼ਨ। ਉਸਨੇ ਲੈਣ ਦੇਣ ਲਈ ਉਸਦੇ ਪ੍ਰਤੀਨਿਧ ਵਕੀਲ ਵਜੋਂ ਕੰਮ ਕੀਤਾ। ਤਾਂ ਅਟਾਰਨੀ ਇਨ ਫੈਕਟ ਹੋ ਗਿਆ ਪ੍ਰਤੀਨਿਧ ਵਕੀਲ। ਅਥਾਰਟੀ। ਅਥਾਰਟੀ ਹੁੰਦਾ ਹੈ ਰਾਈਟ ਕਹਿ ਲਓ ਜਾਂ ਪਾਰ ਕਹਿ ਲਓ, ਕਿਸੇ ਡਿਸੀਜਨ ਨੂੰ ਲੈਣ ਦੀ ਪਾਵਰ ਜਾਂ ਕਿਸੇ ਡਿਸੀਜਨ ਨੂੰ ਲੈਣ ਦਾ ਰਾਈਟ, ਜਾਂ ਕੋਈ ਰੂਲ ਨੂੰ ਬਣਾਉਣ ਦੀ ਪਾਰ ਜਾਂ ਰੂਲ ਨੂੰ ਬਣਾਉਣ ਦਾ ਰਾਈਟ, ਉਹਨੂੰ ਅਥਾਰਟੀ ਕਹਿ ਦਿੰਦੇ ਆ। ਤਾਂ ਅਥਾਰਟੀ ਨੂੰ ਪੰਜਾਬੀ ਵਿੱਚ ਲਿਖਿਆ ਜਾਂਦਾ ਹੈ ਅਧਿਕਾਰ, ਅਧਿਕਾਰ। ਪੁਲਿਸ ਹੈਵ ਦ ਅਥਾਰਟੀ ਟੂ ਐਨਫੋਰਸ ਦ ਲਾਅ। ਪੁਲਿਸ ਕੋਲ ਕਾਨੂੰਨ, ਲਾਅ ਹੋ ਗਿਆ ਕਾਨੂੰਨ, ਐਨਫੋਰਸ ਕਰਨਾ ਯਾਨੀ ਲਾਗੂ ਕਰਨਾ, ਲਾਗੂ ਕਰਨ ਦਾ ਕੀ ਹੈ? ਅਥਾਰਟੀ ਹੈ, ਯਾਨੀ ਅਧਿਕਾਰ ਹੈ, ਅਧਿਕਾਰ ਹੈ। ਐਵਰ। ਐਵਰ ਹੁੰਦਾ ਹੈ ਕਿਸੇ ਚੀਜ਼ ਨੂੰ ਬਹੁਤ ਕੌਨਫੀਡੈਂਸ ਤੇ ਬਹੁਤ ਸਰਟੇਨਿਟੀ ਦੇ ਨਾਲ ਕਨਫਰਮ ਕਰਨਾ, ਕਨਫਰਮ ਕਰ ਦੇਣਾ, ਯਾਨੀ ਦਾਵਾ ਕਰਨਾ, ਦਾਵਾ ਕਰਨਾ, ਦਾ ਵਾ, ਦਾਵਾ ਕਰਨਾ। ਦ ਲਾਇਰ ਅਵਰਡ ਹਿਜ਼ ਕਲਾਇੰਟਸ ਇਨੋਸੈਂਸ। ਵਕੀਲ ਨੇ ਆਪਣੇ ਮਕਦੂਮ, ਕਲਾਇੰਟ ਨੂੰ ਕਿਹਾ ਜਾਂਦਾ ਮਕਦੂਮ ਵੀ ਕਹਿ ਸਕਦੇ ਹਾਂ, ਮੁਕੱਦਮਾਕਾਰ ਵੀ ਕਹਿ ਸਕਦੇ ਹਾਂ, ਉਸਦੀ ਮਾਸੂਮੀਅਤ ਦਾ ਦਾਵਾ ਕੀਤਾ। ਕਲਾਇੰਟਸ ਇਨੋਸੈਂਸ, ਇਨੋਸੈਂਸ ਹੋ ਗਿਆ ਮਾਸੂਮੀਅਤ, ਐਵਰਡ ਹੋ ਗਿਆ ਦਾਵਾ ਕਰਨਾ, ਦਾਵਾ ਕਰਨਾ। ਐਕੁਈਐਸ। ਐਕੁਈਐਸ ਨੂੰ ਕਿਹਾ ਜਾਂਦਾ ਹੈ, ਜਿਵੇਂ ਕਹਿ ਲਓ ਕਿ ਐਕੁਈਐਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਬਿਨਾਂ ਪ੍ਰੋਟੈਸਟ ਤੋਂ ਐਗਰੀ ਕਰ ਲੈਣਾ ਜਾਂ ਐਕਸੈਪਟ ਕਰ ਲੈਣਾ, ਮਤਲਬ ਮੰਨ ਲੈਣਾ। She acquiesced to her lawyer's advice. ਉਸਨੇ ਆਪਣੇ ਵਕੀਲ ਦੀ ਸਲਾਹ ਮੰਨ ਲਈ। Acquiesced ਮਤਲਬ ਮੰਨ ਲੈਣਾ। Adverse possession। Adverse possession ਹੁੰਦਾ ਹੈ ਇੱਕ ਇਹੋ ਜਿਹਾ ਲੀਗਲ ਡਾਕਟਰੀਨ ਹੈ ਜਿਹੜਾ ਕਿ ਅਲਾਉ ਕਰਦਾ, ਜਿਵੇਂ ਕੋਈ ਪਰਸਨ ਹੈ ਜਿਹੜਾ ਪ੍ਰੋਪਰਟੀ ਦਾ ਓਨਰ ਨਹੀਂ ਹੈ, ਬਟ ਓਨਰ ਨਾ ਹੋਣ ਦੇ ਬਾਵਜੂਦ ਉਹ ਉਸ ਪ੍ਰੋਪਰਟੀ 'ਚ ਲੰਬੇ ਸਮੇਂ ਤੋਂ ਰਹਿ ਰਿਹਾ ਹੈ, ਤਾਂ ਉਹਦੇ ਕੋਲ ਇੱਕ ਰਾਈਟ ਆ ਜਾਂਦਾ ਲੀਗਲੀ ਕਿ ਹੁਣ ਉਹ ਉਸ ਪ੍ਰੋਪਰਟੀ ਦੀ ਓਨਰਸ਼ਿਪ ਨੂੰ ਕਲੇਮ ਕਰ ਸਕਦਾ ਹੈ, ਜਿਹਨੂੰ ਐਡਵਰਸ ਪੋਜੈਸ਼ਨ ਕਿਹਾ ਜਾਂਦਾ ਹੈ, ਯਾਨੀ ਵਿਰੋਧੀ ਕਬਜ਼ਾ ਜਾਂ ਪ੍ਰਤੀਕੂਲ ਕਬਜ਼ਾ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਵਿਰੋਧੀ ਕਬਜ਼ਾ ਕਹਿ ਸਕਦੇ ਹੋ ਜਾਂ ਪ੍ਰਤੀਕੂਲ ਕਬਜ਼ਾ ਕਹਿ ਸਕਦੇ ਹੋ। He claimed the land through adverse possession. ਉਸਨੇ ਵਿਰੋਧੀ ਕਬਜ਼ੇ ਰਾਹੀਂ ਜ਼ਮੀਨ ਦਾ ਦਾਅਵਾ ਕੀਤਾ, ਵਿਰੋਧੀ ਕਬਜ਼ਾ। ਨੈਕਸਟ ਵਰਡ ਹੈ ਆਸਨ। ਆਸਨ। ਆਸਨ ਹੁੰਦਾ ਹੈ ਕਿਸੇ ਦੀ ਪ੍ਰੋਪਰਟੀ ਨੂੰ ਡੈਲੀਬਰੇਟਲੀ, ਜਾਣ ਬੁੱਝ ਕੇ ਅੱਗ ਲਗਾ ਦੇਣਾ, ਫਾਇਰ ਲਗਾ ਦੇਣਾ, ਇੱਕ ਕ੍ਰਿਮੀਨਲ ਐਕਟ ਹੈ। ਤਾਂ ਆਰਸਨ ਹੋ ਗਿਆ ਅੱਗ ਲਗਾਉਣਾ। He was charged with arson after the investigation. ਜਾਂਚ ਤੋਂ ਬਾਅਦ ਉਸ 'ਤੇ ਅੱਗ ਲਗਾਉਣ ਦਾ ਦੋਸ਼ ਲਾਇਆ ਗਿਆ। ਨੈਕਸਟ ਵਰਡ ਹੈ ਅਟੋਨਮੀ।
ਅਟੋਨਮੀ ਹੁੰਦਾ ਹੈ ਇੰਡੀਪੈਂਡੈਂਸ ਕਹਿ ਸਕਦੇ ਹਾਂ ਜਾਂ ਸੈਲਫ ਗਵਰਨਮੈਂਟ ਕਹਿ ਸਕਦੇ ਹਾਂ। ਅਟੋਨਮੀ, ਇੰਡੀਪੈਂਡੈਂਸ, ਸੁਤੰਤਰਤਾ, ਠੀਕ ਹੈ। ਤਾਂ ਪੰਜਾਬੀ ਵਿੱਚ ਇਹਨੂੰ ਕਿਹਾ ਜਾਂਦਾ ਹੈ ਖੁਦ ਮੁਖਤੀ। ਖੁਦ ਮੁਖਤੀ ਕਹਿ ਸਕਦੇ ਹਾਂ, ਸਵਤੰਤਰਤਾ ਵੀ ਕਹਿ ਸਕਦੇ ਹਾਂ। The company operates with a high degree of autonomy from its parent organization. ਕੰਪਨੀ ਆਪਣੀ ਮੂਲ ਸੰਗਠਨ ਤੋਂ ਵੱਡੀ ਖੁਦ ਮੁਖਤੀ ਜਾਂ ਸਵਤੰਤਰਤਾ ਨਾਲ ਚੱਲਦੀ ਹੈ, ਇੰਡੀਪੈਂਡੈਂਸ ਹੋ ਕੇ ਚੱਲਦੀ ਹੈ, ਅਟੋਨਮੀ ਨਾਲ ਚੱਲਦੀ ਹੈ, ਖੁਦ ਮੁਖਤੀ ਜਾਂ ਸਵਤੰਤਰਤਾ। ਨੈਕਸਟ ਵਰਡ ਹੈ ਐਮਿਕਸ ਬਰੀਫ। ਐਮਿਕਸ ਬਰੀਫ ਦਾ ਕੀ ਮਤਲਬ ਹੁੰਦਾ ਹੈ? ਐਮਿਕਸ ਬਰੀਫ ਇਜ਼ ਬੇਸਿਕਲੀ ਕਿੱਦਾਂ ਦਾ ਡਾਕੂਮੈਂਟ ਹੁੰਦਾ ਹੈ, ਜਿਵੇਂ ਕੋਈ ਪਰਸਨ ਹੈ ਜਿਹੜਾ ਕਿ ਕੇਸ ਦੀ ਪਾਰਟੀ ਨਹੀਂ ਹੈ ਬਟ ਉਹ ਕੋਰਟ ਦੀ ਹੈਲਪ ਕਰਨਾ ਚਾਹੁੰਦਾ ਕਿਸੇ ਇਨਫੋਰਮੇਸ਼ਨ ਦੇ ਥਰੂ ਜਾਂ ਫਿਰ ਆਪਣੀ ਐਕਸਪਰਟੀਜ਼ ਦੇ ਥਰੂ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਕੋਰਟ ਨੂੰ, ਤੇ ਫਿਰ ਉਹ ਕੀ ਕਰੇਗਾ, ਇੱਕ ਡਾਕੂਮੈਂਟ ਫਾਈਲ ਕਰੇਗਾ ਜਿਹਨੂੰ ਐਮਿਕਸ ਬਰੀਫ ਕਿਹਾ ਜਾਂਦਾ ਹੈ। ਐਮਿਕਸ ਬਰੀਫ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਮਿੱਤਰ ਨੋਟ। ਮਿੱਤਰ ਨੋਟ। The court considered the amicus brief submitted by the legal expert. ਅਦਾਲਤ ਨੇ ਕਾਨੂੰਨੀ ਵਿਸ਼ੇਸ਼ੱਗਿਆ ਦੁਆਰਾ ਦਾਖਲ ਕੀਤੇ ਮਿੱਤਰ ਨੋਟ ਨੂੰ ਵਿਚਾਰ ਵਿੱਚ ਲਿਆ। ਨੈਕਸਟ ਵਰਡ ਹੈ ਅਵਰਮੈਂਟ। ਐਵਰਮੈਂਟ ਵੀ ਬੇਸਿਕਲੀ ਕੀ ਹੁੰਦਾ ਹੈ ਕਿ ਇੱਕ ਅਸਰਸ਼ਨ ਦੇਣਾ ਜਾਂ ਇੱਕ ਫਾਰਮਲ ਸਟੇਟਮੈਂਟ ਦਿੱਤੀ ਜਾਂਦੀ ਹੈ ਇੱਕ ਲੀਗਲ ਡਾਕੂਮੈਂਟ ਦੇ ਅੰਦਰ, ਜਿਹਨੂੰ ਅਵਰਮੈਂਟ ਕਿਹਾ ਜਾਂਦਾ, ਮਤਲਬ ਸਟਰੋਂਗਲੀ ਅਫਰਮ ਕੀਤਾ ਜਾਂਦਾ ਹੈ, ਇੱਕ ਅਸਰਸ਼ਨ ਦੇਣਾ, ਉਹਨੂੰ ਦਲੀਲ ਕਿਹਾ ਜਾਂਦਾ ਹੈ ਪੰਜਾਬੀ ਦੇ ਅੰਦਰ। ਅਵਰਮੈਂਟ ਯਾਨੀ ਕਿ ਦਲੀਲ ਪੇਸ਼ ਕਰਨਾ ਕਿਸੇ ਡਾਕੂਮੈਂਟ ਦੇ ਅੰਦਰ। ਦ ਅਵਰਮੈਂਟ ਮੇਡ ਬਾय ਦ ਡਿਫੈਂਸ ਵਾਸ ਸਟਰੋਂਗ। ਬਚਾਅ ਪੱਖ ਵੱਲੋਂ ਦਿੱਤੀ ਗਈ ਦਲੀਲ ਮਜ਼ਬੂਤ ਸੀ। ਬਚਾਅ ਪੱਖ ਵੱਲੋਂ ਕੀਤੀ ਗਈ ਦਲੀਲ ਮਜ਼ਬੂਤ ਸੀ। ਤਾਂ ਅਵਰਮੈਂਟ ਹੋ ਗਿਆ ਦਲੀਲ। ਨੈਕਸਟ ਵਰਡ ਹੈ ਅਟੈਸਟੇਸ਼ਨ। ਅਟੈਸਟ ਕਰਨਾ ਯਾਨੀ ਕਿ ਕਿਸੇ ਡਾਕੂਮੈਂਟ ਨੂੰ ਜਾਂ ਫਿਰ ਕਿਸੇ ਸਿਗਨੇਚਰ ਨੂੰ ਅਟੈਸਟ ਕੀਤਾ ਜਾਂਦਾ ਹੈ, ਮਤਲਬ ਉਸ ਡਾਕੂਮੈਂਟ ਦੀ ਔਥੈਂਟਿਸਿਟੀ ਨੂੰ ਵਿਟਨੈਸ ਕਰਨਾ ਜਾਂ ਵੈਰੀਫਾਈ ਕਰਨਾ, ਯਾਨੀ ਉਸ ਨੂੰ ਪ੍ਰਮਾਣੀਕਰਨ ਕਰਨਾ। ਅਟੈਸਟੇਸ਼ਨ, ਪ੍ਰਮਾਣੀਕਰਨ। ਅਟੈਸਟੇਸ਼ਨ ਆਫ ਦ ਡਾਕੂਮੈਂਟ ਵਾਸ ਨੈਸੈਸਰੀ ਫॉर ਲੀਗਲ ਪਰਪਸਿਸ। ਕਾਨੂੰਨੀ ਪਰਪਸ ਯਾਨੀ ਕਾਨੂੰਨੀ ਮਕਸਦਾਂ ਲਈ ਦਸਤਾਵੇਜ਼ ਦਾ ਪ੍ਰਮਾਣੀਕਰਨ ਜ਼ਰੂਰੀ ਸੀ। ਅਟੈਸਟੇਸ਼ਨ, ਪ੍ਰਮਾਣੀਕਰਨ। ਨੈਕਸਟ ਹੈ ਅਸਾਈਨਮੈਂਟ ਯਾਨੀ ਟ੍ਰਾਂਸਫਰ ਆਫ ਰਾਈਟਸ ਜਾਂ ਟ੍ਰਾਂਸਫਰ ਆਫ ਪ੍ਰੋਪਰਟੀ ਬਾय ਵਨ ਪਰਸਨ ਟੂ ਅਨਦਰ। ਜਦੋਂ ਇੱਕ ਪਰਸਨ ਦੂਸਰੇ ਪਰਸਨ ਨੂੰ ਟ੍ਰਾਂਸਫਰ ਕਰ ਦਿੰਦਾ ਆਪਣਾ ਰਾਈਟ ਜਾਂ ਆਪਣੀ ਪ੍ਰੋਪਰਟੀ, ਉਹਨੂੰ ਅਸਾਈਨ ਕਰਨਾ ਕਿਹਾ ਜਾਂਦਾ ਯਾਨੀ ਸੌਂਪ ਦੇਣਾ, ਸੌਂਪਣਾ। The manager's assignment of task was clear and precise. ਮੈਨੇਜਰ ਦੁਆਰਾ ਕੰਮਾਂ ਦਾ ਸੌਂਪਣਾ ਸਪਸ਼ਟ ਅਤੇ ਸਹੀ ਸੀ। ਸੌਂਪਣਾ, ਅਸਾਈਨਮੈਂਟ। ਐਡਵਰਸਰੀਅਲ। ਐਡਵਰਸਰੀਅਲ ਮਤਲਬ ਹੁੰਦਾ ਕਿ ਸਾਫ਼ ਪਤਾ ਚੱਲ ਰਿਹਾ ਕਿ ਕਨਫਲਿਕਟ ਇਨਵੋਲਵਡ ਹੈ ਨਾ, ਕਿ ਪਾਰਟੀ ਜਿਹੜੀ ਇੱਕ ਦੂਸਰੇ ਦੇ ਅਗੇਂਸਟ ਹੈ, ਕਨਫਲਿਕਟ ਇਨਵੋਲਵਡ ਹੈ। ਵਿਰੋਧੀ, ਪੰਜਾਬੀ ਵਿੱਚ ਕਿਹਾ ਜਾਂਦਾ ਹੈ ਵਿਰੋਧੀ। ਐਡਵਰਸਰੀਅਲ ਮਤਲਬ ਵਿਰੋਧੀ। The adversarial nature of the trial was evident. ਮਤਲਬ ਸਾਫ਼ ਪਤਾ ਚੱਲ ਰਿਹਾ ਸੀ, ਸਪਸ਼ਟ ਸੀ ਮੁਕੱਦਮੇ ਦੀ ਵਿਰੋਧੀ ਪ੍ਰਕਿਰਤੀ। ਐਡਵਰਸਰੀਅਲ ਨੇਚਰ, ਵਿਰੋਧੀ ਪ੍ਰਕਿਰਤੀ। ਨੈਕਸਟ ਵਰਡ ਹੈ ਅਵਾਰਡ। ਅਵਾਰਡ ਬੇਸਿਕਲੀ ਜਦੋਂ ਕੋਰਟ ਕੋਈ ਕੰਪਨਸੇਸ਼ਨ ਅਨਾਊਂਸ ਕਰਦਾ ਹੈ ਜਾਂ ਬੈਨੀਫਿਟ ਦਿੰਦਾ ਹੈ ਜਾਂ ਕੋਈ ਪ੍ਰਾਈਜ਼ ਗ੍ਰਾਂਟ ਕਰਦਾ ਹੈ ਕੋਰਟ ਜਾਂ ਕੋਈ ਵੀ ਅਥਾਰਟੀ ਆਪਣੇ ਡਿਸੀਜਨ 'ਚ, ਤਾਂ ਉਹਨੂੰ ਅਵਾਰਡ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਉਹਨੂੰ ਹਰਜਾਨਾ ਕਿਹਾ ਜਾਂਦਾ ਹੈ। The court's award of damages was significant in this case. ਇਸ ਕੇਸ ਵਿੱਚ ਅਦਾਲਤ ਦੁਆਰਾ ਦਿੱਤਾ ਹਰਜਾਨਾ ਬਹੁਤ ਮਹੱਤਵਪੂਰਨ ਸੀ। ਹਰਜਾਨਾ। ਅਨੈਕਸ਼ਰ। ਅਨੈਕਸ਼ਰ ਬੇਸਿਕਲੀ ਇੱਕ ਐਡੀਸ਼ਨਲ ਡਾਕੂਮੈਂਟ ਹੁੰਦਾ ਹੈ ਜਿਹੜਾ ਮੇਨ ਡਾਕੂਮੈਂਟ ਦੇ ਨਾਲ ਅਟੈਚ ਕੀਤਾ ਜਾਂਦਾ ਉਹਦੀ ਰੈਫਰੈਂਸ ਜਾਂ ਸਪੋਰਟ ਵਾਸਤੇ। ਸਪੋਰਟਿਵ ਡਾਕੂਮੈਂਟ ਕਹਿ ਲਓ, ਐਡੀਸ਼ਨਲ ਡਾਕੂਮੈਂਟ ਕਹਿ ਲਓ, ਜਿਹੜਾ ਮੇਨ ਡਾਕੂਮੈਂਟ ਦੇ ਨਾਲ ਅਟੈਚ ਕੀਤਾ ਜਾਂਦਾ ਉਹਨੂੰ ਅਨੈਕਸ਼ਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਇਹਨੂੰ ਕਹਿੰਦੇ ਆ ਸੰਨ ਲਗਨ। ਸੰਨ ਲਗਨ। The contract includes an annexure detailing the payment terms. ਠੇਕੇ ਵਿੱਚ, contract ਹੋ ਗਿਆ ਠੇਕਾ, contract ਵਿੱਚ, ਠੇਕੇ ਵਿੱਚ ਭੁਗਤਾਨ ਦੀਆਂ ਸ਼ਰਤਾਂ ਦਾ, payment terms ਹੋ ਗਿਆ ਭੁਗਤਾਨ ਦੀਆਂ ਸ਼ਰਤਾਂ ਦਾ ਸੰਲਗਨ annexure ਸ਼ਾਮਲ ਹੈ। ਤਾਂ annexure ਹੋ ਗਿਆ ਸੰਲਗਨ। ਨੈਕਸਟ ਵਰਡ ਹੈ ਐਡਮਾਇਰੇਸ਼ਨ। ਐਡਮਾਇਰੇਸ਼ਨ ਹੁੰਦਾ ਕਿਸੇ ਚੀਜ਼ ਨੂੰ ਐਡਮਾਇਰ ਕਰਨਾ ਯਾਨੀ ਅਪਰੂਵ ਕਰਨਾ ਜਾਂ ਫਿਰ ਉਹਦੇ ਪ੍ਰਤੀ ਬਹੁਤ ਜ਼ਿਆਦਾ ਅ ਫੀਲਿੰਗ ਆਫ ਲਾਈਕ ਗ੍ਰੇਟ ਰਿਸਪੈਕਟ ਸ਼ੋ ਕਰਨਾ, ਠੀਕ ਹੈ, ਜਾਂ ਪ੍ਰੇਜ਼ ਕਰਨਾ, ਕਿਸੇ ਚੀਜ਼ ਦੀ ਪ੍ਰਸ਼ੰਸਾ ਕਰਨਾ, ਐਡਮਾਇਰ ਕਰਨਾ, ਪ੍ਰਸ਼ੰਸਾ। ਹੀ ਫੈਲਟ ਡੀਪ ਐਡਮਾਇਰੇਸ਼ਨ ਫॉर ਹਿਜ਼ ਮੈਂਟੋਰਸ ਵਿਜ਼ਡਮ। ਉਸਨੇ ਆਪਣੇ ਮਾਰਗਦਰਸ਼ਕ, ਮੈਂਟੋਰ ਹੋ ਗਿਆ ਮਾਰਗਦਰਸ਼ਕ, ਉਸਦੀ ਬੁੱਧੀਮਤਾ ਤੇ ਵਿਜ਼ਡਮ ਹੋ ਗਿਆ ਬੁੱਧੀਮਤਾ ਲਈ ਗਹਿਰੀ ਪ੍ਰਸ਼ੰਸਾ ਮਹਿਸੂਸ ਕੀਤੀ। ਪ੍ਰਸ਼ੰਸਾ, ਐਡਮਾਇਰੇਸ਼ਨ। ਐਬੰਡੈਂਸ। ਐਬੰਡੈਂਸ ਹੁੰਦਾ ਹੈ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਹੋਣਾ, ਪਲੈਂਟੀ ਕਹਿ ਲਓ ਜਾਂ ਐਬੰਡੈਂਸ ਮਤਲਬ ਲਾਰਜ ਕੁਆਂਟਿਟੀ।
ਤੇ ਅਬੰਡੈਂਸ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਹੁਤਾਤ, ਬਹੁਤ ਮਾਤਰਾ ਵਿੱਚ ਹੋਣਾ, ਬਹੁਤਾਤ ਹੋਣਾ ਕਿਸੇ ਚੀਜ਼ ਦੀ। देयर इज़ एन abundance ऑफ नेचुरल ब्यूटी इन दिस रीजन। ਇਸ ਖੇਤਰ, ਰੀਜਨ ਹੋ ਗਿਆ ਖੇਤਰ, ਵਿੱਚ ਕੁਦਰਤੀ ਸੁੰਦਰਤਾ ਦੀ ਬਹੁਤਾਤ ਹੈ। ਨੈਕਸਟ ਵਰਡ ਹੈ ਓਥੈਂਟਿਕ। ਓਥੈਂਟਿਕ ਹੁੰਦਾ ਹੈ ਜੈਨੂਇਨ ਜਾਂ ਟਰੂ, ਜਿਹੜਾ ਕਿ ਮਤਲਬ ਫੇਕ ਨਹੀਂ ਹੈ, ਖਰਾ ਹੈ, ਖਰਾ। ਓਥੈਂਟਿਕ ਹੋ ਗਿਆ ਖਰਾ। ਦ ਡਾਕੂਮੈਂਟ ਵਾਜ਼ ਪ੍ਰੂਵਨ ਟੂ ਬੀ ਓਥੈਂਟਿਕ। ਦਸਤਾਵੇਜ਼ ਨੂੰ ਖਰਾ ਸਾਬਿਤ ਕੀਤਾ ਗਿਆ। ਇਹ ਸੀ ਅੱਜ ਦੀ ਲਾਸਟ ਟਰਮ। ਇਸ ਵੀਡੀਓ ਦੇ ਵਿੱਚ ਅਸੀਂ ਲੀਗਲ ਟਰਮਸ ਦੇਖਿਆ, ਉਹਨਾਂ ਨੂੰ ਪੰਜਾਬੀ ਵਿੱਚ ਲਿਖਣਾ, ਪੜ੍ਹਨਾ ਤੇ ਬੋਲਣਾ ਸਿੱਖਿਆ ਤੇ ਉਹਨੂੰ ਸੈਂਟੈਂਸ ਦੇ ਵਿੱਚ ਫਿਟ ਕਰਨਾ ਸਿੱਖਿਆ। ਉਮੀਦ ਹੈ ਵੀਡੀਓ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋਏਗੀ। ਬਾਕੀ ਤੁਹਾਨੂੰ ਇਹ ਵੀਡੀਓਜ਼ ਕਿਵੇਂ ਦੀਆਂ ਲੱਗ ਰਹੀਆਂ ਤੁਸੀਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਕੁਝ ਨਵੇਂ ਲੀਗਲ ਟਰਮਸ ਦੇ ਨਾਲ।